ਸਾਡੇ ਕੋਲ ਤਕਰੀਬਨ 80 ਕੁ ਮੱਝਾਂ ਹਨ। 9 ਕੁ ਮਣ ਦੁੱਧ ਹੋ ਜਾਂਦਾ ਦੋਵਾਂ ਟਾਈਮਾਂ ਦਾ। ਤੇ 9 ਮਣ ਦੁਕਾਨ ਤੇ ਸੇਲ ਹੋ ਜਾਂਦਾ? ਹਾਂਜੀ ਪਿੰਡ 'ਚ? ਹਾਂਜੀ, ਪਾਣੀ ਸ਼ਾਨੀ ਨਹੀਂ ਪਾਉਣਾ ਅਸਾਂ। 110 ਰੁਪਏ ਰੇਟ 'ਚ? ਹਾਂਜੀ। ਸਿਆਲ ਦੇ ਵਿੱਚ ਤੇ ਮਾਸ਼ਾਅੱਲਾ ਦੁੱਧ ਦੀਆਂ ਲੈਣਾ ਲੱਗ ਚੌਵੇਂ ਸੀਜ਼ਨ ਮਿਲਾ ਲੈਨੇ ਆ। ਤੇ ਓਵਰਆਲ ਕਾਰੋਬਾਰ ਨੂੰ कैसा पाते हो? नफा बख्श या नुकसान दे? नफा बहुत ज्यादा नफा जे बंदा सही तरीके ना करे तो इन्हां जो कोई घाटा नहीं है इस काम दे विच। बिस्मिल्लाहिर्रहमानिर्रहीम। अस्सलामु अलैकुम। फार्मिंग टिप्स में शाहिद अली अवान की जानिब से खुश आमदीद। नाजरीन, आज आपको एक सादा मेहनती तजर्बाकार नौजवान बताएगा कि कैसे उसने भैंसों में होश संभाली और वो आपको बताएगा कि भैंसों से कैसे महाना 15,000 कमाते हैं। चारों मौसमों में भैंसों को संभालने की क्या तरीकाकार हैं। तो चले इनसे मिलते। अस्सलाम वालेकुम। वालेकुम सलाम। भाईजान कैसे आप? ठीक ठाक, शुक्र अल्लाह। की नाम है जी तुहाडा? मेरा नाम फरूक उमर। फरूक उमर। फरूक साहब ए किहड़ा पिंड किहड़ी जगह? वड्डा गुन्ना जी। वड्डा गुन्ना सियालकोट जांदा भी? सियालकोट। ठीक हो गया, सियालकोट, जिला सियालकोट। फरूक साहब कितनी देर हो गई है तुहानू डंगर रखदे? तकरीबन 30 साल हो गए ने। 30 साल हो गए ने। मेरे ने आखिया अगों असीं भी जिहड़ा ना ऐसे काम दे विच ही लगे हैं। तुहाडी माशाअल्लाह कितनी उम्र है? मेरी 25 साल उम्र है। ਤੇ ਜਿਹੜੀ ਤੁਸੀਂ ਜਦੋਂ ਹੋਸ਼ ਸੰਭਾਲੀ ਤੇ ਡੰਗਰਾਂ ਵਿੱਚ ਹੀ ਹੋਸ਼ ਸੰਭਾਲੀ? ਹਾਂਜੀ। ਜ਼ਿੰਦਾਬਾਦ। ਵਾਲਦ ਸਾਹਿਬ ਨੂੰ 30 ਸਾਲ ਹੋ ਗਏ ਨੇ ਕੰਮ ਕਰਦੇ। ਹਾਂਜੀ। ਤੇ ਵਾਲਦ ਸਾਹਿਬ ਦੇ ਨਾਲ ਤੁਸੀਂ ਇਹ ਕੰਮ ਕਰਦੇ ਰਹੇ ਹੋ ਤੇ ਅੱਜ ਤੁਸੀਂ ਇਹ ਦੱਸੋ ਕਿ ਤੁਹਾਡਾ ਇਸ ਕੰਮ ਦੇ ਵਿੱਚ ਕੀ ਕੀ ਐਕਸਪੀਰੀਅੰਸ ਹੈ ਪਿਛਲੇ 25 ਸਾਲਾਂ ਦਾ? ਸਾਡਾ ਤਜਰਬਾ ਹੋ ਗਿਆ ਦਾ। ਹੁਣ ਅਸੀਂ ਇਸ ਕੰਮ ਨੂੰ ਪੂਰਾ ਸਮਝਨੇ ਆ, ਪੂਰਾ ਜਿਹੜਾ ਨਾ ਮਸਲਨ ਕਰਨੇ ਆ। ਸਾਨੂੰ ਪਤਾ ਹੈ ਕਿ ਇਹ ਮੱਝ ਕੀ ਕਰਦੀ ਏ, ਇਹਨੂੰ ਦੁੱਧ ਕਿਸ ਤਰ੍ਹਾਂ ਦੇਗੀ, ਕਿਸ ਤਰ੍ਹਾਂ ਨਹੀਂ ਦੇਗੀ। ਇਹਨੂੰ ਅਸੀਂ ਜਿਹੜਾ ਨਾ ਪੂਰੇ ਤਰੀਕੇ ਨਾਲ ਸੰਭਾਲਨੇ ਆ। सवाल एक पूछना है, सवाल थोड़ा लंबा भी है तो थोड़ा सोच के जवाब देना है। ਹਾਂਜੀ। अब फर्ज करो एक नवा बंदा मनसूबा बनाता है कि मैं जानवरों का काम करना है, मझां दा। ठीक है, उन्हें पहले नहीं किया या अगर किया भी तो इन्ना खासा तजर्बा नहीं। ਹਾਂਜੀ। तुसीं उहनूं की तजावीज़ दवोगे कि बई तू इन्नियां मझां लै, इस तरह अपना दुध वेच, इन्ना कि तेरे को स्टाला होना चाहिए है, इन्ने किले स्टाला बीज ते इहो जिहा तेरे को शैड होना चाहिए है, तो फिर तू कामयाब होएगा। अगर तू दोधी नूं दुध देंगा फिर कामयाब होएगा, या अपनी दुकान रख के बेचेगा तो फिर कामयाब होएगा। मुलाजम कोल काम लैके कामयाब होएगा या खुद? जरा तरतीब बना के दस्सिओ। ਜਿਹੜਾ ਨਵਾਂ ਬੰਦਾ ਹੈ ਉਹਨੂੰ ਮਸਲਨ 10 ਮੱਝਾਂ ਰੱਖਣੀਆਂ ਨੇ जी, ਤੇ ਉਸ ਹਿਸਾਬ ਨਾਲ ਉਹਨੂੰ 4 ਕਿੱਲੇ 5 ਕਿੱਲੇ ਸਟਾਲਾ ਬੀਜੇ। ठीक, 5 ਕਿੱਲੇ ਸਟਾਲਾ ਬੀਜੇ। ਫਿਰ ਜਿਹੜਾ ਨਾ ਉਹਨੂੰ ਮਸਲਨ ਬੰਦਾ ਰੱਖੇ, ਉਹਦਾ ਬਕਾਇਦਾ ਉਹਨੂੰ ਪੱਠੇ ਪਾਏ ਕਰੇ, ਵੰਡਾ ਛੰਡਾ ਜਿਹੜਾ ਨਾ ਮਸਲਨ ਸਹੀ ਤਰੀਕੇ ਨਾਲ ਤੇ ਦੇਖਭਾਲ ਕਰੇ ਉਹਨਾਂ ਦੀ। ਫਿਰ ਮਾਸ਼ਾਅੱਲਾ ਮਈਆਂ ਜਿਹੜਾ ਨਾ ਦੁੱਧ ਦੇਣਗੀਆਂ ਅੱਲਾ ਦੇ ਹੁਕਮ ਨਾਲ। ਵੰਡਾ ਪਾਏ ਉਹਨਾਂ ਨੂੰ ਤੇ ਜਿਹੜਾ ਨਾ ਕੰਮ ਠੀਕ ਰਹੇਗਾ ਫਿਰ। ठीक है। जब जी दुध देन दिया तो दुध बेचे किस तरह? ਦੁੱਧ ਜੇ ਦੋਧੀ ਨੂੰ ਦੇਗਾ ਤੇ ਫਿਰ ਤੇ ਉਹਨਾਂ ਨੂੰ ਮਸਲਨ ਆਪੀ ਦੁੱਧ ਮਸਲਨ ਜਾ ਕੇ ਵੇਚਣਗੇ ਤੇ ਫਿਰ ਜ਼ਿਆਦਾ ਉਹਨਾਂ ਦਾ ਜਿਹੜਾ ਨਾ ਬਚਤ ਹੋਏ। ठीक है, यानी शहर जाके आप ही बेचे या दुकान पा के? ਦੁਕਾਨ ਪਾ ਕੇ। दुकान पा के पिंड भी बेचा जा सकता है या शहर ही जाना जरूरी है? ਨਹੀਂ, ਪਿੰਡ ਵੀ ਪਾ ਸਕਦੇ ਹੋ। ਹੁਣ ਅਸੀਂ 110 ਰੁਪਏ ਕਿਲੋ ਦੁੱਧ ਦਿੰਨੇ ਆ पिंड च? ਹਾਂਜੀ। तुहां दुकान पाई दी है? ਦੁਕਾਨ ਪਾਈ ਆਪਣੀ। तुसां डंगर किन्ने रखे ने? ਸਾਡੇ ਕੋਲ ਤਕਰੀਬਨ 80 ਕੁ ਮੱਝਾਂ ਹਨ। 80 मझां? ਹਾਂਜੀ। ते छोटे मोटे पा के गाइयां पा के 100 ਕੁ ਹੋ ਜਾਂਦਾ। ते 100 जानवरां दा दुध माशाअल्लाह किन्ना को हो जांदा है? ਤਕਰੀਬਨ 9 ਕੁ ਮਣ ਦੁੱਧ ਹੋ ਜਾਂਦਾ ਦੋਵਾਂ ਟਾਈਮਾਂ ਦਾ। ते 9 मन दुकान ते सेल हो जांदा है ਹਾਂਜੀ। पिंड च? ਹਾਂਜੀ, ਪਾਣੀ ਸ਼ਾਨੀ ਨਹੀਂ ਪਾਉਣਾ ਅਸਾਂ। खालस दुध देना? ਖਾਲਸ ਦੁੱਧ ਦੇਣੇ। ते ऐसे वास्ते विकदा है ਹਾਂਜੀ। 110 रुपए रेट च? ਹਾਂਜੀ ਹਾਂਜੀ। ठीक है। ਤੁਸੀਂ 100 ਮੱਝਾਂ ਰੱਖ ਲੀਆਂ ਨੇ, 110 ਰੁਪਏ ਤੁਸੀਂ ਦੁੱਧ ਸੇਲ ਕਰਦੇ ਪਏ, ਤੇ ਤੁਸੀਂ ਇਹ ਦੱਸੋ ਕਿ ਤੁਸੀਂ ਸ਼ੁਰੂ ਕਿੰਨੀਆਂ ਮੱਝਾਂ ਤੋਂ ਕੀਤਾ ਸੀ? ਅਸੀਂ ਤਕਰੀਬਨ ਵਾਲਦ ਸਾਹਿਬ ਨੇ ਰੱਖੀਆਂ ਹਨ 20-25 ਮੱਝਾਂ ਰੱਖੀਆਂ ਹਨ। ਫਿਰ ਅਸੀਂ ਨਾਲ ਰਲ ਪਏ, ਫਿਰ ਅਸਾਂ ਜਿਹੜਾ ਨਾ ਕੰਮ ਨੂੰ ਵਧਾਇਆ। ਠੀਕ ਹੈ। ਹੁਣ ਸ਼ੁਕਰ ਹੈ ਅੱਲਾ ਦਾ, ਮਸਲਨ ਸਾਰਾ ਪਤਾ ਸਾਨੂੰ ਕਿਸ ਤਰ੍ਹਾਂ ਮੱਝ ਦੁੱਧ ਦੇਗੀ, ਕੀ ਕਰੇਗੀ, ਮੱਝ ਨੂੰ ਕਿਹੜਾ ਪੱਠਾ ਪਾਵਾਂਗੇ ਮੱਝ ਦੁੱਧ ਦੇਗੀ। ਠੀਕ ਹੈ। ਹਾਂਜੀ। ਕਿਹੜੇ ਪੱਠੇ ਨਾਲ ਮੱਝਾਂ ਦੁੱਧ ਦਿੰਦੀਆਂ ਨੇ? ਮੱਝਾਂ ਨੂੰ ਸਟਾਲਾ ਪਾਈਏ ਤੇ ਉਹ ਚਰੀ ਪਾਈਏ, ਫਿਰ ਜਿਹੜਾ ਨਾ ਮਸਲਨ ਵੰਡਾ ਨਾਲ ਪਾਈਏ ਤੇ ਫਿਰ ਮਈਆਂ ਦੁੱਧ ਦਿੰਦੀਆਂ। ਠੀਕ ਹੈ। ਤੇ ਜਦੋਂ ਸਟਾਲਾ ਨਹੀਂ ਹੁੰਦਾ, ਜਿਸ ਤਰ੍ਹਾਂ ਅੱਜ ਕੱਲ ਸਰਦੀ ਦੇ ਦਿਨ ਨੇ ਸਟਾਲਾ ਲੈ ਛੋਟਾ ਹੈ, ਥੋੜਾ ਲੱਭਦਾ, ਉਦੋਂ ਕੀ ਕਰਦੇ? ਉਦੋਂ ਉਹਨਾਂ ਨੂੰ ਵੰਡਾ ਪਾਈਦਾ, ਰੋਟੀਆਂ ਕੌੜੀ ਖਲ, ਵਡੇਵਿਆਂ ਦੀ ਖਲ ਨਾਲ ਸੂੜੀ ਪਾ ਲਈ ਦੀ ਏ। ਫਿਰ ਮੱਝਾਂ ਜਿਹੜਾ ਨਾ ਆਪਣਾ ਸਹੀ ਹੋ ਕੇ ਤੇ ਫਿਰ ਈਜ਼ੀ ਹੋ ਕੇ ਦੁੱਧ ਦਿੰਦੀਆਂ। ਈਜ਼ੀ ਹੋ ਕੇ ਦੁੱਧ ਦਿੰਦੀਆਂ। ਤੇ ਜਦੋਂ ਅੱਜ ਕੱਲ ਦੇ ਦਿਨਾਂ 'ਚ ਰੋਟੀ ਦਾ ਵੰਡਾ ਔਰ ਖਲ ਕੋੜੀ ਖਲ ਵਗੈਰਾ ਪੈਣੀ ਹੈ ਤੇ ਮੱਝਾਂ ਅੱਛਾ ਦੁੱਧ ਲੈਣਾ ਹੈ, ਕਿੰਨਾ ਖਰਚਾ ਕਰਾ ਰਹੀਆਂ ਨੇ ਮੱਝਾਂ? ਖਰਚਾ ਉਸ ਹਿਸਾਬ ਨਾਲ ਅੱਜ ਕੱਲ ਜੇ ਮਸਲਨ ਸਰਦੀ ਹੈ, ਅੱਜ ਕੱਲ ਜ਼ਿਆਦਾ ਉਹਨਾਂ ਨੂੰ ਪਾਵਾਂਗੇ ਤੇ ਫਿਰ ਜਿਹੜਾ ਨਾ ਮਸਲਨ ਆਪਣੀ ਰੂਟੀਨ ਤੇ ਆਉਣਗੀਆਂ। ਜੇ ਕਮ ਪਾਵਾਂਗੇ ਤੇ ਫਿਰ ਉਹ ਲਿੱਸੀਆਂ ਵੀ ਹੋਣਗੀਆਂ। ਠੀਕ ਹੈ। ਤੇ ਦੁੱਧ ਵੀ ਜਿਹੜਾ ਮਕਦਾਰ ਘਟ ਜੇਗੀ ਦੁੱਧ ਦੀ। ਅੱਜ ਕੱਲ ਕੀ ਖਰਚਾ ਆ ਰਿਹਾ?
ਫੀ ਮੱਝ ਤਕਰੀਬਨ 2-250 ਰੁਪਈਆ ਜਿਹੜਾ ਨਾ ਟਾਈਮ ਦਾ 200 ਰੁਪਈਆ ਖਾਈ ਜਾਂਦੀ ਹੈ ਇੱਕ ਟਾਈਮ ਦਾ ਹਾਂਜੀ। ਤੇ ਦੂਸਰੇ ਟਾਈਮ ਹੀ 200 2-250 ਦੂਸਰੇ ਟਾਈਮ ਯਾਨੀ 450 ਰੁਪਇਆ ਖਰਚ ਹੋ ਗਿਆ ਹਾਂਜੀ। ਰੋਜ਼ਾਨਾ ਦਾ ਅੱਜ ਕੱਲ ਅੱਜ ਕੱਲ੍ਹ ਦਸੰਬਰ ਦੇ ਦਿਨਾਂ ਚ ਦਸੰਬਰ ਜਨਵਰੀ ਚ। ਤੇ ਜਦੋਂ ਸਟਾਲਾ ਹੋ ਜਾਣਾ ਉਦੋਂ ਤੇ ਵੰਡਾ ਘਟ ਜਾਣਾ ਫਿਰ ਤੇ ਘਟ ਜਾਣੀ ਹੈ ਫਿਰ ਤੇ ਫਿਰ ਖਰਚਾ ਕਿੰਨਾ ਹੁੰਦਾ ਹੈ ਰੋਜ਼ਾਨਾ ਫਿਰ ਤਕਰੀਬਨ ਖਰਚਾ 200 ਰੁਪਈਆ ਫਿਰ ਜਿਹੜਾ ਨਾ ਰਹਿ ਜਾਂਦਾ Total? ਵੰਡੇ ਛੰਡੇ ਦੇ ਜਿਹੜਾ ਪਾਉਣਾ ਹਾਂਜੀ। ਤੇ ਉਹਨਾਂ ਦਿਨਾਂ ਚ ਦੁੱਧ ਵੀ ਚਾਹੁੰਦੇ ਨੇ ਸਟਾਲੇ ਚ ਵੱਧ ਜਾਂਦਾ ਹੈ। ਸਟਾਲੇ 'ਚ ਫਿਰ ਦੁੱਧ ਜ਼ਿਆਦਾ ਦਿੰਦੀਆਂ ਨੇ। ਜਦੋਂ ਸਟਾਲਾ ਪੀਕ ਤੇ ਹੁੰਦਾ ਉਦੋਂ ਮੱਝ ਕੀ ਦੁੱਧ ਦੇ ਜਾਂਦੀ ਹੈ? ਜਦੋਂ ਖਤਮ ਹੁੰਦੇ ਆਂਦਾ ਨਹੀਂ ਜਦੋਂ ਜ਼ਿਆਦਾ ਹੁੰਦਾ ਹੈ, ਮਤਲਬ ਜਦੋਂ ਜ਼ਿਆਦਾ ਰੱਜ ਕੇ ਹੁੰਦਾ। ਪੈਂਦਾ ਜਾਨਵਰ 14 ਸਿਰ 15 ਸਿਰ ਐਵਰੇਜ ਆਂਦੀ ਐਵਰੇਜ ਮੱਝ ਜਿਹੜਾ ਨਾ ਇੱਥੋਂ ਤੱਕ ਜਾਂਦੀ ਹੈ ਤੇ ਤੁਸੀਂ 100 ਰੱਖੀਆਂ ਉਹਨਾਂ ਚ ਕੋਈ ਸੂਣ ਵਾਲੀਆਂ ਹੋਣੀਆਂ ਨੇ, ਕੋਈ ਸੂਈਆਂ ਹੋਣੀਆਂ ਨੇ, ਕੁਝ ਤਾਜ਼ੀਆਂ ਹੋਣੀਆਂ ਨੇ, ਕੁਝ ਲੇਟ ਹੋਣੀਆਂ ਨੇ। ਹਾਂਜੀ। ਤੇ ਸਟਾਲੇ ਦਿਨਾਂ ਚ ਕਿੰਨਾ ਕੁ ਦੁੱਧ ਮਿਲ ਜਾਂਦਾ ਤੁਹਾਨੂੰ? ਜਿਹੜੀਆਂ ਸਿਆਲ ਦੇ ਵਿੱਚ ਤੇ ਮਾਸ਼ਾਅੱਲਾ ਦੁੱਧ ਦੀਆਂ ਲੈਣਾ ਲੱਗ ਜਾਂਦੀਆਂ ਕਿੰਨਾ ਕੁ ਹੋ ਜਾਂਦਾ ਤਕਰੀਬਨ ਦੁੱਧ ਕੋਈ 12-13 ਮਣ ਦੁੱਧ ਜਿਹੜਾ ਨਾ ਹੋ ਜਾਂਦਾ ਇਸ ਟਾਈਮ? ਇਸ ਟਾਈਮ 9 ਮਣ ਯਾਨੀ ਦਸੰਬਰ ਦੇ ਦਿਨਾਂ ਚ ਔਰ ਜਦੋਂ ਸਟਾਲਾ ਪੀਕ ਤੇ ਹੁੰਦਾ ਹੈ ਦੁੱਧ ਦਾ ਫਰਕ 3 ਮਣ ਹੈ। ਹਾਂਜੀ। ਅਗਰ ਕਿਸੇ ਨੇ ਪਰਸੈਂਟੇਜ ਕੱਢਣੀ ਹੋਏ ਕਿ ਖੁਸ਼ਕ ਪੀਰੀਅਡ 'ਚ ਦੁੱਧ ਕਿੰਨਾ ਘਟਦਾ ਹੈ, ਉਹ 3/9 ਕਰ ਲੇ ਤੇ ਸਮਝ ਆ ਜਾਏਗੀ ਕਿ ਕਿੰਨਾ ਦੁੱਧ ਕਿੰਨੇ ਫੀਸਦ ਘਟ ਜਾਣਾ ਹੈ। ਤੇ ਖਰਚਾ ਵੀ ਚੂੰਕਿ ਇਹਨਾਂ ਦਿਨਾਂ 'ਚ ਡਬਲ ਹੋਣਾ ਹੈ ਤੇ ਸਮਝ ਲਓ ਕਿ ਇਹ ਤੁਹਾਡਾ ਡੇਅਰੀ ਦਾ ਡਾਊਨ ਸੀਜ਼ਨ ਹੈ। ਯਾਨੀ ਡੇਅਰੀ ਵਾਲਿਆਂ ਨੇ ਬੰਦਿਆਂ ਵਾਸਤੇ ਦਸੰਬਰ ਦਾ ਮਹੀਨਾ ਔਖਾ ਹੈ। ਹਾਂਜੀ ਹਾਂਜੀ ਹਾਂਜੀ। ਤੇ ਫਰਵਰੀ 'ਚ ਜਾ ਕੇ ਸਟਾਲਾ ਮਿਲਦਾ ਜੀ, ਜਨਵਰੀ 'ਚ ਸ਼ੁਰੂ ਹੋ ਜਾਂਦਾ? ਮਸਲਨ ਸਟਾਲਾ ਜਿਹੜਾ ਨਾ ਹੁਣ ਸ਼ੁਰੂ ਹੈ ਤੇ ਐਂਡ ਤੇ ਜਾ ਕੇ ਜਿਹੜਾ ਨਾ ਭਾਦਰੋਂ ਦੇ ਵਿੱਚ ਖਤਮ ਹੋਣ ਵਿਸਾਖ ਦੇ ਵਿੱਚ ਖਤਮ ਹੋ ਜਾਂਦਾ। ਠੀਕ ਹੈ। ਅੱਛਾ, ਇਹ ਤੇ ਹੋ ਗਏ ਨੇ ਸਟਾਲੇ ਦਾ ਦਿਨ, ਬਹਾਰ ਦਾ ਮੌਸਮ ਔਰ ਸਰਦੀ ਦਾ ਮੌਸਮ। ਗਰਮੀਆਂ ਦੀ ਰੂਟੀਨ ਕੈਸੀ ਰਹਿੰਦੀ ਹੈ? ਗਰਮੀਆਂ 'ਚ ਖਰਚਾ ਕਿੰਨਾ ਹੁੰਦਾ ਹੈ ਤੇ ਮੁਨਾਫਾ ਕਿੰਨਾ ਹੁੰਦਾ ਹੈ? ਗਰਮੀਆਂ 'ਚ ਖਰਚਾ ਕਮ ਹੁੰਦਾ ਤੇ ਜਿਹੜਾ ਨਾ ਮਸਲਨ ਉਹ ਦੁੱਧ ਦੀ ਜ਼ਿਆਦਾ ਗਰਮੀਆਂ 'ਚ ਖਰਚਾ ਕਿਸ ਤਰ੍ਹਾਂ ਘੱਟ ਹੁੰਦਾ ਹੈ? ਬਾਹਰ ਮਸਲਨ ਲਾਈ ਜਾਂਦੇ ਆ। ਚਰਾ ਲੈਂਦੇ ਹੋ? ਹਾਂਜੀ ਚਰਾ ਲੈਂਦੇ ਆ। ਚਰਾਈ ਵਾਸਤੇ ਜਗ੍ਹਾ ਮਿਲ ਜਾਂਦੀ? ਹਾਂਜੀ। ਠੀਕ ਹੈ। ਬਹਾਰ ਦੇ ਵਿੱਚ 200 ਖਰਚ ਰਹਿ ਜਾਂਦਾ, ਦਸੰਬਰ 'ਚ 450 ਖਰਚ ਹੋ ਜਾਂਦਾ ਹੈ। ਹਾਂਜੀ। ਗਰਮੀਆਂ 'ਚ ਜੂਨ ਜੁਲਾਈ 'ਚ ਖਰਚਾ ਕਿੰਨਾ ਹੁੰਦਾ ਹੈ? ਤਕਰੀਬਨ 300 ਰੁਪਈਆ ਖਰਚਾ ਹੋ ਜਾਂਦਾ। ਉਦੋਂ ਤੁਹਾਨੂੰ ਦੁੱਧ ਦੀ ਕੀ ਐਵਰੇਜ ਹਾਸਲ ਹੁੰਦੀ ਹੈ? ਉਦੋਂ ਮੱਝਾਂ ਦੁੱਧ ਜ਼ਿਆਦਾ ਦਿੰਦੀਆਂ ਨੇ ਕਿਉਂਕਿ ਗਰਮੀ ਹੁੰਦੀ ਹੈ, ਮੱਝ ਗਰਮ ਹੁੰਦੀ ਹੈ, ਫਿਰ ਦੁੱਧ ਜ਼ਿਆਦਾ ਕਰਦੀਆਂ ਨੇ। ਉਦੋਂ ਵੀ ਬਹਾਰ ਤਰ੍ਹਾਂ ਜ਼ਿਆਦਾ ਹੀ ਦਿੰਦੀਆਂ ਨੇ? ਹਾਂਜੀ। ਅੱਜ ਕੱਲ ਜਿਹੜਾ ਨਾ ਮੌਸਮ ਖੁਸ਼ਕ ਮੌਸਮ ਹੁੰਦਾ ਮਈਆਂ ਜੋ ਦੁੱਧ ਘਟ ਜਾਂਦੀਆਂ ਨੇ। ਚਲੋ ਹੁਣ ਚਵੇ ਸੀਜ਼ਨ ਮਿਲਾ ਲੈਨੇ ਆ ਤੇ ਓਵਰਆਲ ਕਾਰੋਬਾਰ ਨੂੰ ਕੈਸਾ ਪਾਉਂਦੇ ਹੋ? ਨਫਾ ਬਖਸ਼ ਜਾਂ ਨੁਕਸਾਨ ਦੇ? ਨਫਾ ਬਹੁਤ ਜ਼ਿਆਦਾ ਨਫਾ, ਜੇ ਬੰਦਾ ਸਹੀ ਤਰੀਕੇ ਨਾਲ ਕਰੇ ਤੇ ਇਹਨਾਂ 'ਚ ਕੋਈ ਘਾਟਾ ਨਹੀਂ ਹੈ ਇਸ ਕੰਮ ਦੇ ਵਿੱਚ। ਜੇ ਇੱਕ ਮੱਝ ਮਹੀਨੇ ਦਾ ਕੀ ਬਚਾਉਂਦੀ? ਤਕਰੀਬਨ ਮੱਝ ਜਿਹੜੀ ਹੈ ਮਹੀਨੇ ਦਾ ਮਸਲਨ 30,000 ਦਾ ਦੁੱਧ ਹੁੰਦਾ। 15,000 ਮੱਝ ਜਿਹੜਾ ਨਾ ਮਸਲਨ ਬਚਾ ਜਾਂਦੀ ਹੈ। 30,000 ਦਾ ਦੁੱਧ ਕਰਦੀ, 15,000 ਖਰਚ ਕਰਦੀ ਹੈ, 15,000 ਤੁਹਾਨੂੰ ਸੇਵਿੰਗ ਹੁੰਦੀ ਹੈ। ਜੇ ਤੁਸੀਂ 10 ਮੱਝਾਂ ਲੈ ਰਹੀਆਂ ਲੈ ਕੇ ਰੱਖੋ ਤੇ ਫਿਰ ਤਾਜ਼ੀਆਂ ਹੋਣ ਉਹਨਾਂ ਦਿਨਾਂ 'ਚ ਫਿਰ ਉਹ ਤੁਹਾਨੂੰ ਮਤਲਬ 15 10 1.5 ਲੱਖ ਬਚਾ ਛੱਡਦੀਆਂ ਨੇ। ਹਾਂਜੀ ਤਕਰੀਬਨ ਬਚ ਜਾਂਦਾ। ਤੇ ਅਗਰ ਅਸੀਂ 10 ਲੈਰੀਆਂ ਨਾ ਰੱਖੀਏ ਕਿਉਂਕਿ ਬਾਅਦ ਦਫਾ ਸਾਰੀਆਂ ਲੈਰੀਆਂ ਜੇ ਸੁੱਕਣੀਆਂ ਫਿਰ ਇਕੱਠੀਆਂ ਸੁੱਕਣੀਆਂ, ਕੁਝ ਖਾਂਗੜੀਆਂ ਰੱਖ ਲਈਏ, ਉਹਦੇ ਬਾਰੇ 'ਚ ਕੀ ਕਹੋਗੇ? ਨਹੀਂ, ਮੱਝਾਂ ਮਸਲਨ 5 ਕਮਈਆਂ ਸੱਜਰੀਆਂ ਹੋਣ ਨਾਲ ਜਿਹੜਾ ਨਾ ਮੱਝਾਂ ਖਾਂਗੜੀਆਂ ਵੀ ਹੋਣ। ਜਿਹੜੀਆਂ ਮੱਝਾਂ ਸੱਜਰੀਆਂ ਨੇ ਉਹ ਦੁੱਧ ਦਿੰਦੀਆਂ ਜਾਣ, ਜਿਹੜੀਆਂ ਮੱਝਾਂ ਖਾਂਗੜੀਆਂ ਨੇ ਸੋਰ ਜਾਣਾ ਕੋ ਫੇਰ ਜਿਹੜਾ ਨਾ ਹੋ ਜਾਣ। ਸ਼ੁਰੂ ਕਿੰਨੀਆਂ ਤਾਜ਼ੀਆਂ ਤੇ ਕਿੰਨੀਆਂ ਖਾਂਗੜੀਆਂ ਰੱਖਣੀਆਂ ਚਾਹੀਦੀਆਂ ਨੇ? 10 ਦੇ ਵਿੱਚ ਕਿੰਨੀਆਂ ਖਾਂਗੜੀਆਂ ਹੋਣ ਤੇ ਕਿੰਨੀਆਂ ਤਾਜ਼ੀਆਂ ਹੋਣ? ਤਕਰੀਬਨ ਮਸਲਨ 6 ਕਮਈਆਂ ਸੱਜਰੀਆਂ ਹੋਣ ਤੇ 4-5 ਵਿੱਚ ਖਾਂਗੜੀਆਂ ਹੋਣ, 4 ਮੱਝਾਂ। ਠੀਕ ਹੈ। ਫਿਰ ਜਿਹੜਾ ਨਾ ਰੂਟੀਨ ਵੱਜ ਜਾਂਦੀ ਹੈ। ਝੋਟੇ ਕਿੰਨੇ ਜਾਨਵਰਾਂ 'ਚ ਹੋਏ ਤੇ ਫੇਰ ਰੱਖਣਾ ਚਾਹੀਦਾ? ਤਕਰੀਬਨ 50 ਮੱਝਾਂ ਦੇ ਵਿੱਚ ਇੱਕ ਝੋਟਾ ਹੋਏ ਤੇ ਕੰਮ ਚੱਲ ਜਾਂਦਾ। ਤੇ ਅਗਰ 10 ਨੇ ਤੇ ਉਹ ਬੰਦਾ ਨਾ ਰੱਖੇ? ਨਹੀਂ, ਉਹਨੂੰ ਵੀ ਰੱਖਣਾ ਚਾਹੀਦਾ ਕਿ ਸੰਡਾ ਰੱਖੇਗਾ ਤੇ ਫੇਰ ਹੀ ਉਹਦਾ ਕੰਮ ਚੱਲਣਾ। ਸੰਡੇ ਤੋਂ ਬਗੈਰ ਤੇ ਨਿਜ਼ਾਮ ਹੀ ਨਹੀਂ ਚੱਲਦਾ। ਠੀਕ ਹੈ। 100 ਮੱਝਾਂ ਸੰਭਾਲਣ ਵਾਸਤੇ ਕਿੰਨੀ ਜਗ੍ਹਾ ਦਰਕਾਰ ਹੁੰਦੀ ਹੈ? ਕਿਉਂਕਿ ਮੈਂ ਸੁਣਿਆ ਤੁਹਾਡੇ 2-3 ਸ਼ੈੱਡ ਨੇ। ਹਾਂਜੀ। ਤੇ ਇਹ ਤੇ ਇੱਕ ਹੀ ਨਾ ਵਿਗਾ ਜਗ੍ਹਾ ਹੈ ਤੇ ਫਿਰ ਜਿਹੜਾ ਨਾ 100 ਮੱਝ ਦਾ ਜਿਹੜਾ ਨਿਜ਼ਾਮ ਬਣਦਾ ਸਹੀ ਨਿਜ਼ਾਮ ਬਣ ਜਾਂਦਾ। ਉਹ 'ਚ ਛੱਤੀ ਕਿੰਨੀ ਬਣਾਉਣੀ ਚਾਹੀਦੀ ਹੈ ਤੇ ਖੁੱਲੀਆਂ ਕਿੰਨੀ ਜਗ੍ਹਾ ਤੇ ਬਣਾਉਣੀ ਚਾਹੀਦੀਆਂ ਤੇ ਖੁੱਲੀ ਕਿੰਨੀ ਛੱਡਣੀ ਚਾਹੀਦੀ? ਤਕਰੀਬਨ 2 ਕਨਾਲਾਂ ਜਿਹੜੀ ਜਗ੍ਹਾ ਨਾ ਉਹਨੂੰ ਮਸਲਨ ਛੱਤਣੀ ਚਾਹੀਦੀ ਹੈ ਤੇ 2 ਕਨਾਲਾਂ ਜਿਹੜੀ ਹਾਂਜੀ ਧੁੱਪ ਵਾਸਤੇ ਖੁੱਲੀ ਹੋਏ ਜਗ੍ਹਾ। ਉਹ ਜਿਹੜੀਆਂ ਖੁੱਲੀ ਹੈ ਉਹਦੇ ਵਿੱਚ ਸੋਲ ਕਿੰਨੀ ਜਗ੍ਹਾ ਤੇ ਹੋਏ ਤੇ ਕੱਚੀ ਕਿੰਨੀ ਜਗ੍ਹਾ ਹੋਏ? ਕਨਾਲ ਇੱਕ ਜਗ੍ਹਾ ਜਿਹੜਾ ਨਾ ਉਹ ਮਸਲਨ ਬੰਦਾ ਕੱਚੀ ਜਗ੍ਹਾ ਰਹਿਣ ਦੇ ਜਿੱਥੇ ਮੱਝਾਂ ਬਹਿਣ ਆਪਣਾ ਮਸਲਨ ਜਿਹੜਾ ਨਾ ਸਕੂਨ ਨਾਲ ਕੱਚੀ ਜਗ੍ਹਾ ਤੇ ਬਹਿਣ ਤੇ ਕੰਮ ਠੀਕ ਰਹਿੰਦਾ। ਠੀਕ ਹੈ। ਤੁਹਾਡੇ ਜਾਨਵਰਾਂ ਨੂੰ ਕਦੀ ਕੋਈ ਮਸਲਾ ਮਸਾਇਲ ਵੀ ਹੁੰਦਾ? ਬਿਮਾਰ ਵੀ ਹੁੰਦੇ ਨੇ? ਹਾਂਜੀ, ਬਿਮਾਰ ਹੋ ਜਾਂਦੀਆਂ ਨੇ, ਸਰਦੀ ਲੱਗ ਜਾਂਦੀ ਹੈ, ਬੰਦ ਹੋ ਜਾਂਦੀਆਂ। ਮਸਲਨ ਪੱਠੇ ਜ਼ਿਆਦਾ ਖਾ ਲੈਣ, ਗਤਾਵਾ ਖਾ ਲੈਣ, ਫਿਰ ਮਈਆਂ ਡਿੱਕ ਹੋ ਜਾਂਦੀਆਂ ਨੇ। ਸਰਦੀ ਦਾ ਤੇ ਡਿੱਕ ਹੋਣ ਦਾ ਤੇ ਬੰਦ ਹੋਣ ਦਾ ਇਲਾਜ ਦੱਸੋ, ਕੀ ਕਰਦੇ ਹੋ? ਸਰਦੀ ਦੇ ਵਿੱਚ ਜਿਹੜੀਆਂ ਮੱਝਾਂ ਮਸਲਨ ਸਰਦੀ ਲੱਗ ਜਾਂਦੀ ਹੈ ਇਹਨਾਂ ਨੂੰ ਮਸਲਨ ਮਸਾਲਾ ਦਿਓ, ਗੰਢੇ, ਅਦਰਕ, ਹਰੀਆਂ ਮਿਰਚਾਂ, ਉਹ ਇਹਨਾਂ ਨੂੰ ਜਿਹੜਾ ਨਾ ਦਿਓ ਠੰਡ ਦੇ ਵਿੱਚ। ਜ਼ਰਾ ਮੱਝਾਂ ਜਿਹੜਾ ਨਾ ਪੱਠੇ ਜ਼ਿਆਦਾ ਖਾਏਗੀ ਉਹਦੀ ਵਜ੍ਹਾ ਤੋਂ ਜਿਹੜਾ ਇਹ ਚੀਜ਼ਾਂ ਕੁੱਟ ਕੇ ਮਸਲਨ ਦਾਦਰ ਕਰਕੇ ਤੇ ਉਹਨਾਂ ਦੀ ਜਿਹੜਾ ਨਾ ਮੂੰਹ 'ਚ ਦੇਖ ਲਓ, ਮੂੰਹ 'ਚ ਦਿਓ। ਕਿੰਨੇ ਦਿਨਾਂ ਬਾਅਦ ਦਿੰਦੇ ਰਹੋ? ਤਕਰੀਬਨ 15 ਦਿਨਾਂ ਬਾਅਦ ਮੱਝ ਨੂੰ ਦੇ ਦਿਓ। ਮੱਝ ਬੰਦ ਹੋਈਏ ਤੇ ਫੇਰ ਕੀ ਕਰੀਏ? ਮੱਝ ਬੰਦ ਹੋਈਏ ਤੇ ਪਾ ਗੁੜ ਲੈ ਲਓ, ਸਟਾਕੀ ਮਿੱਠਾ ਸੋਡਾ
ਜਾਂ ਮਸਲਨ ਗੰਡੇ ਲੈ ਕੇ ਉਹਨਾਂ ਨੂੰ ਪਾਣੀ ਦੇ ਵਿੱਚ ਰਿੰਨ ਕੇ ਵਿੱਚ ਸਟਾਕੀ ਮਿੱਠਾ ਸੋਡਾ ਸੁੱਟੋ ਤੇ ਉਹ ਨਾਲ ਦੇ ਨਾਲ ਜਿਹੜਾ ਨਾ ਉਹਨੂੰ ਦਿਓ ਮੱਝ ਦੇ ਅੰਦਰ, ਮੱਝ ਸਾਫ਼ ਹੋਈ। ਕਿੰਨੇ ਦਿਨਾਂ ਬਾਅਦ, ਕਿੰਨੇ ਦਿਨ ਦਿੰਦੇ ਰਹੀਏ? ਇੱਕ ਦਿਨ ਦਵੋ, ਜੇ ਨਾ ਖੁੱਲੇ ਫੇਰ ਦੂਸਰੇ ਦਿਨ ਦਵੋ, ਲਗਾਤਾਰ 2 ਦਿਨ ਮੱਝ ਜਿਹੜਾ ਨਾ ਖੁੱਲ ਜੇਗੀ ਅੰਦਰ। ਫਾਰਾ ਹੋਈਏ ਤੇ ਫੇਰ ਕੀ ਕਰੀਏ? ਫਰਾ ਹੋਈਏ ਤੇ ਕਾਰਬੀਨ ਦਾ ਤੇਲ ਲੈ ਕੇ, ਕਾਰਬੀਨ ਅੱਛਾ, ਤੇ ਉਹ ਦਿਓ ਮੱਝ ਨੂੰ, ਫਰਾ ਲਾਈਏ। ਕਿੱਥੋਂ ਲੱਭਦਾ ਕਾਰਬੀਨ ਦਾ ਤੇਲ? ਕਾਰਬੀਨ ਦੁਕਾਨ ਮਾਰਕੀਟ ਤੋਂ ਮਿਲ ਜਾਏਗਾ, ਪੰਸਾਰੀ ਕੋ ਮਿਲਦਾ ਜਾਂ ਹੋਰ ਕਿਸ ਸਟੋਰ ਮਿਲ ਜਾਏਗਾ। ਉਹਨੂੰ ਕਹਿਣਾ ਕਾਰਬੀਨ ਦਾ ਤੇਲ ਦਵੋ। ਕਿੰਨਾ ਕੁ ਦੇਈਦਾ ਔਰ ਕਿਸ ਟਾਈਮ ਦੇਈਦਾ? ਉਹ ਸ਼ੀਸ਼ੀ ਦੇ ਵਿੱਚ ਹੀ ਹੁੰਦਾ ਮੇਰਾ ਹਾਲੇ, ਅੱਧ ਪਾ ਜਿਹੜਾ ਨਾ ਉਹ ਇੱਕ ਨਾਲ ਉਹਦੇ ਅੰਦਰ ਫਾਰਾ ਉਤਰ ਜਾਂਦਾ ਉਹਦੇ ਨਾਲ, ਫਰਾ ਲਾਈਏਗਾ। ਠੀਕ ਹੈ। ਜਾਂ ਲੱਸੀ ਲਵੋ ਤੇ ਉਹਨੂੰ ਜਿਹੜਾ ਨਾ ਪੁਰਾਣਾ ਚਾਰ ਹੋਏ, ਉਹ ਚਾਰ ਉਹਦੇ ਦਿਓ ਤੇ ਉਹਦੇ ਨਾਲ ਵੀ ਜਿਹੜਾ ਨਾ ਫਰਾ ਲਾਈ ਜਾਂਦਾ। ਠੀਕ ਹੈ। ਤੇ ਮੱਝਾਂ ਦੁੱਧ ਚੰਗਾ ਦੇਣ, ਕੁਝ ਲੋਕ ਸ਼ੌਕੀਆ ਤੌਰ ਤੇ ਮੱਝਾਂ ਘਰ ਰੱਖਦੇ ਨੇ ਥੋੜੀਆਂ। ਹਾਂਜੀ। ਤਰੰਡੀ ਵਿੱਚ ਤੇ ਇੰਨੀਆਂ ਹਾਤਰਾ ਨਹੀਂ ਹੁੰਦੀਆਂ। ਹਾਂਜੀ। ਥੋੜੀਆਂ ਮੱਝਾਂ ਲਈ ਚੰਗਾ ਦੁੱਧ ਲੈਣਾ ਚਾਹੁੰਦੇ ਨੇ, ਉਹ ਕੀ ਪਾਣ ਤੇ ਚੰਗਾ ਦੁੱਧ ਮਿਲਦਾ? ਜਿਹੜੀ ਮੱਝ ਮਸਲਨ ਉਹਨੂੰ ਦਲੀਆ ਪਾਣ, ਪੌੜੀ ਖਾ ਲੈ, ਉਹਦੇ ਨਾਲ ਜਿਹੜਾ ਨਾ ਮੱਝ ਜ਼ਿਆਦਾ ਦੁੱਧ ਦੇਗੀ। ਠੀਕ ਹੈ। ਹਾਂਜੀ, ਜ਼ਬਰਦਸਤ ਹੈ। ਤੁਸੀਂ ਇਹਨਾਂ ਜਾਨਵਰਾਂ ਵਾਸਤੇ ਪਾਣੀ ਦਾ ਇੰਤਜ਼ਾਮ ਕਿਸ ਤਰ੍ਹਾਂ ਰੱਖਦੇ ਹੋ? ਜਾਨਵਰ ਬੰਨ੍ਹ ਕੇ ਰੱਖਦੇ ਹੋ ਜਾਂ ਖੁੱਲੇ ਰੱਖਦੇ ਹੋ? ਨਹੀਂ, ਜਾਨਵਰ ਖੁੱਲੇ ਰੱਖਦੇ ਨੇ, ਆਪਣੀ ਮਰਜ਼ੀ ਨਾਲ ਡੰਗਰ ਪਾਣੀ ਪੀਣ, ਬਹਿਣ, ਖਲੋ, ਅੰਦਰ ਜਾਣਾ ਬਰਾਂਡੇ 'ਚ ਅੰਦਰ ਜਾਣ, ਪੂਰਾ ਸਿਸਟਮ ਹੋਏ ਤੇ ਫਿਰ ਜਿਹੜਾ ਨਾ ਡੰਗਰ ਜਿਹੜੀਆਂ ਮੱਝਾਂ ਮਸਲਨ ਖੁੱਲੀਆਂ ਰਹਿਣਗੀਆਂ ਉਹ ਦੁੱਧ ਜ਼ਿਆਦਾ ਦੇਣਗੀਆਂ, ਕਿਉਂਕਿ ਆਪਣੀ ਮਰਜ਼ੀ ਨਾਲ ਉਹਨਾਂ ਨੇ ਪਾਣੀ ਪੀਣਾ, ਬਹਿਣਾ, ਖਲੋਣਾ, ਮਸਲਨ ਚਾਰਾ ਖਾਣਾ। ਠੀਕ ਹੈ। ਫਿਰ ਜਿਹੜਾ ਨਾ ਬੜਾ ਤਜਰਬਾ ਤੁਹਾਡਾ। ਚੰਗੀ ਮੱਝ ਦੀ ਨਿਸ਼ਾਨੀ ਦੱਸ ਸਕਦੇ ਹੋ? ਚੰਗੀ ਮੱਝ ਜਿਹੜੀ ਹੈ ਉਹ ਮਸਲਨ ਉਹਦੀ ਕਾਲੀ, ਉਹਦੀਆਂ ਅੱਖਾਂ ਵੀ ਕਾਲੀਆਂ, ਆਪ ਕਾਲੀ ਮੱਝ ਚੰਗੀ ਜਿਹੜਾ ਨਾ ਮਸਲਨ ਦੁੱਧ ਦੇਗੀ, ਚੰਗੀ ਨਸਲ ਦੀ। ਚੰਮ ਕਿਹੋ ਜਿਹਾ ਹੁੰਦਾ ਚੰਗੀ ਮੱਝ ਦਾ? ਬਰੀਕ ਚੰਮ ਹੁੰਦਾ। ਉਹਦਾ ਚੱਡਾ ਕਿਹੋ ਜਿਹਾ ਹੁੰਦਾ? ਚੱਡਾ ਮਸਲਨ ਗੋਲ ਪਿਛਾ ਨੂੰ ਜਿਹੜਾ ਨਾ। ਪੂਛਲ ਕੈਸੀ ਹੁੰਦੀ? ਪੂਛਲ ਲੰਮੀ। ਤੇ ਧੁੰਨੀ ਕੋਲੀ ਕੈਸੀ ਹੁੰਦੀ? ਧੁੰਨੀ ਜਿਹੜੀ ਆ ਉਹ ਥੋੜੀ ਹੁੰਦੀ ਹੈ, ਜਿਹੜੀ ਲੰਮੀ ਧੁੰਨੀ ਵਾਲੀ ਹੈ ਉਹ ਮੱਝ ਦੁੱਧ ਬਹੁਤ ਘੱਟ ਦੇਗੀ। ਕੋਈ ਇੰਚਾਂ ਨਾਲ ਦੱਸ ਸਕਦੇ ਹੋ ਕਿ ਇੰਨੀ ਇੰਚ ਹੋਏ ਤੇ ਠੀਕ ਹੈ? 1 ਇੰਚ ਹੋਏ ਤੇ ਜਿਹੜਾ 1 ਇੰਚ ਧੁੰਨੀ ਹੋਏ ਤੇ ਠੀਕ ਹੈ। ਠੀਕ। ਤੇ ਗਰਦਨ ਕਿੰਨੀ ਲੰਬੀ ਹੋਏ? ਗਰਦਨ ਤਕਰੀਬਨ ਜਿਹੜਾ ਨਾ ਫੁੱਟ 1.5 ਫੁੱਟ ਲੰਮੀ ਹੁੰਦੀ ਹੈ, ਉਹਦੇ ਨਾਲ ਥੋੜੀ ਲੰਮੀ ਹੋਏ ਤੇ ਫਿਰ ਜਿਹੜਾ 2 ਫੁੱਟ ਗਰਦਨ ਹੋਏ ਤੇ ਮੱਝ ਠੀਕ ਹੁੰਦੀ ਹੈ, ਚੰਗੀ ਹੁੰਦੀ ਮੱਝ। ਮੂੰਹ ਕਿਹੋ ਜਿਹਾ ਹੋਣਾ ਚਾਹੀਦਾ? ਮੂੰਹ ਛੋਟਾ ਮੂੰਹ ਹੋਏ ਤੇ ਉਹਦੇ ਜਿਹੜਾ ਬਰੀਕ ਮੂੰਹ ਹੋਏ ਤੇ ਉਹਦੇ ਨਾਲ ਜਿਹੜਾ ਲੰਮਾ ਜ਼ਿਆਦਾ ਹੋਏ ਜਾਂ ਘੱਟ ਲੰਮਾ ਹੋਏ? ਲੰਮਾ ਜ਼ਿਆਦਾ ਹੋਏ ਤੇ ਹੋਏ ਬਰੀਕ। ਹਾਂਜੀ। ਠੀਕ ਹੈ। ਤੇ ਲੱਕ ਕਿਹੋ ਜਿਹਾ ਹੋਏ? ਲੱਕ ਥੋੜਾ ਮਸਲਨ ਜਿਹੜਾ ਨਾ ਕੁੱਬਾ ਹੋਏਗਾ ਤੇ ਉਹ ਮੱਝ ਜਿਹੜੀ ਨਾ ਕੁੱਬੀ ਮੱਝ ਨੂੰ ਆਂਦੇ ਨੇ, ਉਹ ਮੱਝ ਦੁੱਧ ਕਰੇਗੀ। ਯਾਨੀ ਇਸ ਤਰ੍ਹਾਂ ਜਿਹੜਾ ਬਣਿਆ ਹੋਏਗਾ ਉਹ ਠੀਕ ਰਹੇਗਾ? ਹਾਂਜੀ। ਠੀਕ ਹੋ ਗਿਆ। ਥੱਲੋਂ ਧੁੰਨੀ ਉਹਦੀ ਨਾ ਹੋਏ ਕੁੱਬੀ, ਉਹ ਮੱਝ ਬਹੁਤਾ ਦੁੱਧ ਕਰੇਗੀ। ਬਹੁਤ ਜ਼ਿਆਦਾ ਦੁੱਧ। ਠੀਕ ਹੈ। ਥਾਣ ਕਿਹੋ ਜਿਹੇ ਹੋਣ? ਥਾਣ ਮੁੱਠ ਭਰ ਥਾਣ ਹੋਣ। ਲੰਮੇ ਥਾਣ ਵਾਲੀ ਮੱਝ ਜਿਹੜੀ ਹੈ ਨਾ ਉਹ ਜ਼ਿਆਦਾ ਦੁੱਧ ਦਿੰਦੀ ਹੈ। ਲੰਮੇ ਥਾਣ ਵਾਲੀ? ਹਾਂਜੀ। ਦੋ ਥਾਣੇ ਦਰਮਿਆਨ, ਚੌਵਾਂ ਥਾਣੇ ਦਰਮਿਆਨ ਲਹਿਦਾ ਕਿੰਨਾ ਫਾਸਲਾ ਹੋਏ ਤੇ ਮੱਝ ਦਾ ਥਾਣ ਅੱਛਾ ਸਮਝਿਆ ਜਾਂਦਾ ਵਾਨਾ? 4 ਇੰਚ ਦਾ ਥਾਣ ਜਿਹੜਾ ਨਾ ਫਰਕ ਹੋਣਾ ਚਾਹੀਦਾ ਮੱਝ। 4 ਇੰਚ ਥਾਣ ਦਾ ਫਰਕ ਹੋਏ ਔਰ ਥਾਣ ਦੀ ਲੰਬਾਈ ਕਿੰਨੀ ਹੋਏ? ਮਸਲਨ ਮਤਲਬ ਲੰਬਾਈ 5 ਇੰਚ ਹੋਏ। 5 ਇੰਚ ਲੰਬਾ, 4 ਇੰਚ ਉਹਦੇ ਦਰਮਿਆਨ ਫਰਕ ਹੋਏ ਤੇ ਮੱਝ ਆਈਡੀਅਲ ਹੋਏਗੀ। ਜ਼ਿੰਦਾਬਾਦ। ਅਗਰ ਕਿਸੇ ਦੋਸਤ ਨੇ ਤੁਹਾਡੇ ਨਾਲ ਰਾਬਤਾ ਕਰਨਾ ਹੋਏ ਮਾਲੂਮਾਤ ਦੇ ਹਵਾਲੇ ਨਾਲ, ਮਸ਼ਵਰੇ ਦੇ ਹਵਾਲੇ ਨਾਲ, ਕੋਈ ਰਾਬਤਾ ਨੰਬਰ ਦਵੋਗੇ ਜਾਂ ਕਿਸੇ ਨੇ ਮੱਝ ਲੈਣੀ ਹੈ? ਫੋਨ ਨੰਬਰ ਹੈ ਜੀ ਬੋਲੋ। 0346 ਜੀ 792290 792290। ਤੁਹਾਡਾ ਨਾਮ ਕੀ ਹੈ? ਫਰੂਕ ਸਾਹਿਬ। ਫਰੂਕ ਸਾਹਿਬ, ਤੁਸੀਂ ਬਹੁਤ ਅੱਛੀ ਮਾਲੂਮਾਤ ਦਿੱਤੀਆਂ ਨੇ। ਅਸੀਂ ਤੁਹਾਨੂੰ ਬਹੁਤ ਸਾਰੀ ਗੱਲਾਂ ਪੁੱਛੀਆਂ ਨੇ। ਕੋਈ ਆਖਰੀ ਗੱਲ ਦੇ ਤੌਰ ਤੇ ਆਪਣੀ ਤਰਫੋਂ ਤੋਹਫਾ ਦਾ ਨਾਜ਼ਰੀਨ ਨੂੰ ਦੱਸਣਾ ਚਾਹੋ ਕੋਈ ਗੱਲ ਜਿਹੜਾ ਸਦਕਾ ਜਾਰੀਆ ਬਣ ਜਾਏ, ਖਾਸ ਕਰ ਜ਼ਿਹਨ 'ਚ ਰੱਖਿਓ ਕਿ ਜਿਹੜਾ ਗੁਰ ਦੀ ਗੱਲ ਤੁਹਾਨੂੰ ਸਿੱਖੀ ਇਸ ਕੰਮ 'ਚ, ਉਹ ਦੱਸੋ। ਇਸ ਕੰਮ ਦੇ ਵਿੱਚ ਜਿਹੜਾ ਨਾ ਬਹੁਤ ਫਾਇਦਾ ਹੈ, ਨਾਲੇ ਸੁਣਨਾ ਤੇ ਨਾਲੇ ਜਿਹੜਾ ਨਾ ਮਸਲਨ ਲੋਕਾਂ ਦੀ ਖਿਦਮਤ ਹੈ ਕਿ ਦੁੱਧ ਚੋਵਾਂਗੇ, ਲੋਕੀ ਖਾਲਸ ਦੁੱਧ ਪੀਣਗੇ। ਜ਼ਿੰਦਾਬਾਦ। ਅੱਲਾਹ ਪਾਕ ਬਰਕਤ ਦੇ ਜੀ। ਅਸਲਾਮ ਅਲੈਕੁਮ।